महिमा साधु संग की सुनो मेरे मीता, सुनो मेरे मीता। महिमा साधु संग की सुनो मेरे मीता, सुनो मेरे मीता। महिमा साधु संग की सुनो मेरे मीता, सुनो मेरे मीता। महिमा साधु संग की सुनो मेरे मीता, सुनो मेरे मीता। संग की महिमा साधु संग की, महिमा साधु संग की, महिमा साधु संग की, महिमा साधु संग की, महिमा साधु संग की। सुनो मेरे मीता, सुनो मेरे मीता। महिमा साधु संग की सुनो मेरे मीता, सुनो मेरे मीता। पर्वत पार परे, पिंगल पर्वत पार परे, खल चतर बकीता। पिंगल पर्वत पार परे, खल चतर बकीता। अंधले त्रिभुवन सूझिया, अंधले त्रिभुवन सूझिया। गुर भेट पुनीता, महिमा साधु संग की सुनो मेरे मीता, सुनो मेरे मीता। महिमा साधु संग की सुनो मेरे मीता, सुनो मेरे मीता। महिमा साधु संग की, महिमा साधु संग की, महिमा साधु संग की, महिमा साधु संग की। सुनो मेरे संग की सुनो मेरे मीता, सुनो मेरे
महिमा साधु संग की, सुनो मेरे मीता, सुनो मेरे मीता। महिमा साधु संग की, सुनो मेरे मीता, सुनो मेरे मीता। महिमा साधु संग की, 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 सुनो मेरे मीता, सुनो मेरे मीता। महिमा साधु संग की, सुनो मेरे मीता, सुनो मेरे मीता। ऐसी भगत गोविंद की, जी ऐसी भगत गोविंद की, कीट हस्ती जीता, जो जो कीनो आपनो, तिस अभय दान दीता, जो जो कीनो आपनो, तिस अभय दान दीता। महिमा साधु संग की, सुनो मेरे मीता, सुनो मेरे मीता। महिमा साधु संग की, सुनो मेरे मीता, सुनो मेरे मीता। सिंह बिलाई होए गयो, सिंह बिलाई होए गयो, तृण मेर दखीता, शर्म करते दम आज को, से गुनी धनीता, से गुनी धनीता। महिमा साधु संग की, सुनो मेरे मीता, सुनो मेरे मीता। महिमा साधु संग की, सुनो मेरे मीता, सुनो मेरे मीता। कौन बड़ाई कह सको, कौन बड़ाई कह सको, ओ बेअंत गुनीता। कौन बड़ाई कह सको, बेअंत गुनीता। कर किर
सरीता, कर कृपा मोहे नाम देओ, नानक दास सरीता। महिमा साधु संग की, सुनो मेरे मीता, सुनो मेरे मीता। महिमा साधु संग की, सुनो मेरे मीता, सुनो मेरे मीता। महिमा साधु संग की, 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 महिमा साधु संग की। कबीर जम का ठेंगा बुरा है, कबीर जम का ठेंगा बुरा है, ओ नहीं सहा जाए। एक जो साधु मोहे मिलो, एक जो साधु मोहे मिलो, तिन लियो अंचल लाए, तिन लियो अंचल लाए। महिमा साधु संग की, महिमा साधु संग की। कबीर सेवा को दोए भले, एक संत एक राम। राम जो दाता मुक्त को, संत जपावे नाम नाम। महापुरख आउंदे ही इसे ਲਈ ਹਨ कि पुलियां पटकियां हुईਆਂ रूहां ਨਿਰੰਕਾਰ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਜੋ ਹਨ, ਉਹਨਾਂ ਨੂੰ ਜੋੜ ਦਈਏ। ਇਹ ਮਹਾਪੁਰਖ ਦਾ ਕੰਮ ਹੈ। ਇਸੇ ਲਈ ਕਿਹਾ ਸੰਤ ਗੋਬਿੰਦ ਕਾ ਏਕੋ ਨਾਮ, ਏਕੋ ਕਾਮ। ਮਹਾਪੁਰਖਾਂ ਦਾ ਤੇ ਨਿਰੰਕਾਰ ਦਾ ਇੱਕੋ ਹੀ ਕੰਮ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ। ਕਬੀਰ ਜੀ ਦੇ ਪਾਸ ਕੋਈ ਸੇਵਕ ਆਏ, ਬੇਨਤੀ ਕੀਤੀ, ਮਹਾਰਾਜ ਤੁਸੀਂ ਰੋਜ਼ ਪ੍ਰਵਚਨ ਕਰਦੇ ਹੋ ਕਿ ਜਮ ਕਾ ਠੇਂਗਾ ਬੁਰਾ ਹੈ। ਅੱਗੇ ਜਾ ਕੇ ਇੱਕ ਇੱਕ ਸਵਾਸ ਦਾ ਲੇਖਾ ਮੰਗਣਾ ਧਰਮ ਰਾਜ ਨੇ, ਤੇ ਜੇ ਭਾਈ ਜਪ ਜਪ ਕੇ ਸਫਲ ਨਾ ਕੀਤੇ ਤਾਂ ਫਿਰ ਜਮ ਕਾ ਠੇਂਗਾ ਬੁਰਾ ਹੈ। ਫਿਰ ਜਮਾਂ ਦੇ ਵਸ ਪੈ ਜਾਵਾਂਗੇ। ਸਾਡੇ ਤੇ ਕਿਰਪਾ ਕਰੋ ਮਹਾਰਾਜ, ਬਈ ਤੁਸੀਂ ਕਿਵੇਂ ਇਹਨਾਂ ਜਮਾਂ ਤੋਂ ਬਚੇ ਹੋ ਤੇ ਅਸੀਂ ਕਿਵੇਂ ਜਪ ਸਕਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਫਿਰ ਜਪੋ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਕਹਿੰਦੇ ਨੇ ਵਾਕਿਆ ਹੀ ਜਮ ਕਾ ਠੇਂਗਾ ਬੁਰਾ ਹੈ, ਕਿਉਂਕਿ ਨਿਰੰਕਾਰ ਦੀ ਮਰਿਆਦਾ ਹੈ। ਜਿਹੋ ਜੇ ਕੋਈ ਕਰਮ ਕਰਦਾ ਉਹੋ ਜੇ ਭੋਗ ਉਸ ਨੂੰ ਭੋਗਣੇ ਪੈਂਦੇ ਹਨ। ਆਪੀਨੇ ਭੋਗ ਭੋਗ ਕੇ ਹੋਏ ਭਸਮਰ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ। ਜਿਸ ਨੇ ਵੀ ਜਾਣਾ ਭਾਈ ਸੰਸਾਰ ਤੋਂ, ਧਰਮ ਰਾਜ ਨੇ ਉਹ ਲੇਖਾ ਉਹ ਵਹੀ ਸਾਹਮਣੇ ਰੱਖ ਦੇਣੀ ਹੈ। ਕਿਉਂਕਿ ਇਸੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਨ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਢਾਕੇ। ਚਿੱਤਰ ਜੋ ਦਿਨ ਦੇ ਸਾਡੇ ਕਰਮ ਲਿਖਦੇ ਹਨ, ਤੇ ਗੁਪਤ
ਜਿਹੜੇ ਰਾਤ ਦੇ ਲਿਖਦੇ ਹਨ, ਚੰਗੇ ਕਰਮ ਕੀਤੇ ਹਨ, ਮੰਦੇ ਕੀਤੇ ਹਨ, ਜੋ ਕੁਝ ਕੀਤਾ ਉਹਨਾਂ ਨੇ ਲਿਖ ਦੇਣਾ ਹੈ। ਤੇ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਰਹੇ ਹਨ, ਭਾਈ ਤੇਰੀ ਕਰਨੀ ਨੂੰ ਉਹ ਨਿਰੰਕਾਰ ਵੇਖ ਵੀ ਰਿਹਾ ਹੈ ਤੇ ਲਿਖ ਵੀ ਰਿਹਾ ਹੈ। ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਹਿ ਰਵਾਇਆ। ਜੇ ਨਾਮ ਨਹੀਂ ਜਪੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਨਹੀਂ ਬਣਾਏਗਾ। ਇਹ ਕਿਵੇਂ ਬਣਦਾ ਹੈ? ਐਵੇਂ ਤਾਂ ਨਹੀਂ, ਘਰ ਬੈਠਿਆਂ ਤਾਂ ਨਹੀਂ ਭਾਈ, ਜਪਣ ਵਾਲਿਆਂ ਦੀ ਸੰਗਤ ਵਿੱਚ ਬਣਦਾ ਹੈ। ਜਪਣ ਵਾਲਿਆਂ ਦੀ ਸੰਗਤ ਕਰੀਏ, ਜੀਵਨ ਵਿੱਚ ਪਰਿਵਰਤਨ ਆ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਫਿਰ ਮੇਰੇ ਪਾਤਸ਼ਾਹ ਕਹਿੰਦੇ ਹਨ, ਜੇ ਨਹੀਂ ਜਪੇਗਾ ਤਾਂ ਫਿਰ ਤੈਨੂੰ ਪਛਤਾਣਾ ਪਵੇਗਾ। ਉਸ ਵੇਲੇ ਤੂੰ ਰੋਏਗਾ ਜਦੋਂ ਜਮ ਕਾ ਠੇਂਗਾ ਬੁਰਾ, ਜਦੋਂ ਜਮ ਦਾ ਠੇਂਗਾ ਡੰਡਾ ਵੱਜੇਗਾ, ਉਸ ਵੇਲੇ ਪਛਤਾਏਗਾ ਤੂੰ। ਅੱਗੇ ਕਰਨੀ ਕੀਰਤ ਵਾਚੀਏ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਹਿ ਰਵਾਇਆ। ਆਵਾਜ਼ ਆਵੇਗੀ, ਹੁਣ ਰੋ ਕੇ ਕਿਹਨੂੰ ਸੁਣਾ ਰਹੇ ਹੈ? ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸ ਬਖਸ਼ੇ ਸਨ। ਜਿਵੇਂ ਮਹਾਂਪੁਰਖ ਕਿਹਾ ਕਰਦੇ ਸਨ, ਭਾਈ ਇੱਕ ਇੱਕ ਸਵਾਸ ਜੇ 3 ਲੋਕਾਂ ਦੇ ਪਦਾਰਥ, 3 ਲੋਕਾਂ ਦੇ ਸੁੱਖ ਜੇ ਇੱਕ ਪਲੜੇ ਤੇ ਰੱਖ ਦਈਏ ਨਾ, ਇੱਕ ਸਵਾਸ ਦਾ ਵੀ ਮੁੱਲ ਪੂਰਾ ਨਹੀਂ ਹੁੰਦਾ। ਇਹਦੇ ਅਮੋਲਕ ਸਵਾਸ ਤੈਨੂੰ ਵਾਹਿਗੁਰੂ ਨੇ ਬਖਸ਼ੇ ਹਨ। ਇਹ ਹੀਰੇ ਲਾਲਾਂ ਤੋਂ ਮਹਿੰਗੇ ਸਵਾਸ ਜਿਸ ਵਾਹਿਗੁਰੂ ਨੇ ਬਖਸ਼ੇ, ਤੇ ਫਿਰ ਮਹਾਂਪੁਰਖ ਆਉਂਦੇ ਹਨ। ਜਿਵੇਂ ਰਾਜਾ ਸਾਹਿਬ ਆਏ, ਕਿਤਨੀਆਂ ਭੁੱਲੀਆਂ ਭਟਕੀਆਂ ਰੂਹਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ, ਸੱਚ ਦਾ ਰਸਤਾ ਦੱਸਿਆ। ਜੋ ਵੀ ਕੋਈ ਆਇਆ ਉਸ ਨੂੰ ਸੱਚ ਦਾ ਰਾਹ ਦੱਸਿਆ, ਗੁਰੂ ਨਾਨਕ ਦਾ ਮਾਰਗ ਦੱਸਿਆ। ਇਹ ਮਹਾਂਪੁਰਖ ਦਾ ਕੰਮ ਹੈ। ਆਖਿਆ ਜੇਲੇ ਨਹੀਂ ਕਰੇਗਾ ਤੇ ਹਿਸਾਬ ਮੰਗਿਆ ਜਾਣਾ। ਚਲੋ ਸ਼ਿਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ। ਹਰ ਫੁਰਮਾਨ ਦਰਗੇ ਕਾ ਆਇਆ, ਤੇ ਕੌਣ ਪੁੱਛੇਗਾ? ਧਰਮਰਾਜ ਕਹਿੰਦਾ, ਕਿਆ ਤੈਂ ਖਟਿਆ ਕਹਾਂ ਗਵਾਇਆ। ਅਮੋਲਕ ਸਵਾਸਾਂ ਦੀ ਪੂੰਜੀ ਕਿੱਥੇ ਗਵਾ ਕੇ ਆ ਗਏ ਹੈ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਉਸ ਵੇਲੇ ਰੋਏਗਾ ਤੇ ਫਿਰ ਆਵਾਜ਼ ਆਵੇਗੀ, ਉੱਪਰੋਂ ਪਵੇਗੀ ਜਮਾਂ ਦੀ ਮਾਰ, ਤੇ ਆਵਾਜ਼ ਆਏਗੀ, ਮਨ ਅੰਧੇ ਜਨਮ ਗਵਾਇਆ। ਤੂੰ ਜਨਮ ਗਵਾ ਕੇ ਆ ਗਿਆ ਇੱਥੇ। ਇਹਦਾ ਅਮੋਲਕ ਮਸਾ ਮਸਾ ਤੈਨੂੰ, ਇਹ ਕੋਈ ਮੁੱਲ ਤਾਰ ਕੇ ਨਹੀਂ ਪ੍ਰਾਪਤ ਹੋਇਆ ਸੀ ਤੈਨੂੰ ਇਹ ਮਨੁੱਖਾ ਜਨਮ। ਪਤਾ ਹੀ ਕਾਹਦੇ ਲਈ ਮਿਲਿਆ ਸੀ? ਆਖਿਆ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਗੁਰੂ ਦੀ ਸੇਵਾ ਤੇ ਸਾਸ ਗਰਾਸ ਭਗਤੀ ਕਰਨ ਲਈ ਤੈਨੂੰ ਇਹ ਮਾਨੁਖ ਜਨਮ ਮਿਲਿਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ। ਹਰ ਕੀ ਸੇਵ ਭਜੋ ਗੋਬਿੰਦ, ਭੂਲ ਮਤ ਜਾਓ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਮਹਾਂਪੁਰਖ ਭਗਤ ਕਬੀਰ ਜੀ ਕਹਿਣ ਲੱਗੇ, ਪਿਆਰਿਓ ਜਮ ਕਾ ਠੇਂਗਾ ਬੜਾ ਹੀ ਬੁਰਾ ਹੈ। ਹੋਸ਼ਿਆ ਨਹੀਂ ਜਾਣਾ ਜਿਨ੍ਹਾਂ ਨੇ ਨਹੀਂ ਜਪਿਆ ਨਾ। ਕਹਿਤ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੇ ਲਾਗੈ। ਜੇ ਉਸ ਵੇਲੇ ਜਾਗੇ ਤਾਂ ਕੀ ਜਗੇ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਕਬੀਰ ਜੀ ਕਹਿਣ ਲੱਗੇ, ਬਈ ਪੁੱਛਦੇ ਸੀ ਤੁਸੀਂ, ਬਈ ਮੈਂ ਕਿਵੇਂ ਜਮਾਂ ਦੀ ਮਾਰ ਤੋਂ ਬਚਿਆ ਤੇ ਅਸੀਂ ਕਿਵੇਂ ਬਚ ਸਕਦੇ ਹਾਂ? ਤਾਂ ਫਿਰ ਕਬੀਰ ਜੀ ਕਹਿੰਦੇ ਹਨ, ਪਿਆਰਿਓ ਜਪਣ ਵਾਲਿਆਂ ਦੀ ਸੰਗਤ ਕਰੋ। ਸੰਗਤ ਮਹਾਂਪੁਰਖਾਂ ਦੀ ਨਹੀਂ ਮਿਲੀ ਇਸ ਮਨੁੱਖਾ ਜਨਮ ਵਿੱਚ, ਤੁਹਾਡਾ ਜੀਵਨ ਅਧੂਰਾ ਰਹਿ ਜਾਏਗਾ। ਜਿਨ੍ਹਾਂ ਨੂੰ ਜਪਣ ਵਾਲਿਆਂ ਦੀ ਸੰਗਤ ਨਹੀਂ ਮਿਲੀ, ਉਹਨਾਂ ਦਾ ਜੀਵਨ ਅਧੂਰਾ ਰਹਿ ਗਿਆ। ਕਬੀਰ ਜੀ ਕਹਿੰਦੇ ਹਨ ਕਿ ਮੇਰੇ ਤੇ ਜਪਣ ਵਾਲਿਆਂ ਨੇ ਰਹਿਮ ਕੀਤਾ, ਕਿਰਪਾ ਕੀਤੀ।
कबीर जम का ठेंगा बुरा है, ओ नहीं सेहा जाए। एक जो साधु मोए मिलियो तिन लियो अंचल अंचल लाए। एक साधु मिल गया। साधु साधु किने कहते हैं? जिन्हें अपने मन नूं साधिया, मन नूं गुलाम कीता, मन दा गुलाम नहीं होया। ਉਹ ਸਨ ਮਹਾਂਪੁਰਖ ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਜੁੜੇ ਬੈਠੇ ਹੋ। ਤੋ ਭਾਈ ਬਿਨਾਂ ਜਪਣ ਦੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਜਿਉਂ ਮੰਦਰ ਕੋ ਥਾਮੈ ਥਮਨ, ਜਿਨ੍ਹਾਂ ਨੂੰ ਮਹਾਂਪੁਰਖ ਭਾਈ ਨਹੀਂ ਮਿਲੇ ਉਹਨਾਂ ਦਾ ਮੰਦਰ ਡਿੱਗੇ ਹੀ ਡਿੱਗੇ, ਜਿਨ੍ਹਾਂ ਨੂੰ ਮਿਲ ਗਿਆ ਜਿਉਂ ਮੰਦਰ ਕੋ ਥਾਮੈ ਥਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ। जो पाखान नाव चर तरह, प्राणी गुर चरण लगत निस्तरह। जो अंधकार दीपक प्रगास, गुर दर्शन देख मन होए विगास। जो माँ उद्यान में मार्ग पावै, त्यों साधु संग मिल जोत प्रगटावै। साधु संग मिल जेड़ा भी कोई तरिया। गुरु ग्रंथ साहब जी की बाणी एक ओंकार तो लैके 18, 10, 20 तक ये नाम का स्वरूप है। पर किते भी नहीं लिखिया भाई कोई MLA दी या MP दी संगत करके, या कोई प्राइम मिनिस्टर दी या राष्ट्रपति दी संगत करके तर गया होवे। नहीं, मेरे पातशाह कहंदे मेरे माधो जी सत संगत मिले सो तरिया। सो तरिया ओही तरिया जिन्हां नूं जपन वालियां दी संगत मिली है। उत्तम संगत है जिन्हां नूं साधु दी संगत मिल गई। गुरु अर्जन देव महाराज उस अकाल पुरख पासों मंगी यही दात रहे हैं कि ऐसी मांग गोबिंद ते टहल संतन की संग साधु का, हर नामा जप परम गते। आख्या टहल महल तांको मिले जांको साध कृपाल। साधु संगत तौव से जो आपन होए दयाल। महापुरखों की संगत तो बिना प्यारिओ कल बननी नहीं। महापुरख राजा साहब जिन्हां दी याद विच जुड़े बैठे हो, बड़ी कमाई वाले उन्हां कोल बंदे आउंदे सन, सासकरास बंदगी करन वाले भी, ते फिर वो इम्तिहान भी जरूर लैंदे सन। क्योंकि एक साल बच्चा पढ़दा है तो परीक्षा का वक्त भी आउंदा है, परीक्षा का समा भी आउंदा है। ਪ੍ਰੀਖਿਆ ਵਿੱਚ ਪਾਸ ਹੋ ਗਿਆ ਤਾਂ ਫਿਰ ਅਗਲੀਆਂ ਜਮਾਤਾਂ ਅਗਲੇ ਮਰਾਤਬੇ ਚੱਲਣਗੇ, ਨਹੀਂ ਤਾਂ ਫੇਲ ਹੋ ਗਿਆ। ਉਚਾਰਨ ਕਰੋ ਸ੍ਰੀ ਮਹਾਂਪੁਰਖਾਂ ਕੋਲ ਕਈ ਵਾਰੀ ਸੇਵਕ ਆਉਂਦੇ ਸੀ, ਜਦੋਂ ਕੋਈ ਪ੍ਰੀਖਿਆ ਦਾ ਸਮਾਂ ਆਉਣਾ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਇਸੇ ਲਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ। ਮਹਾਂਪੁਰਖਾਂ ਕੋਲ ਸੇਵਕ ਆਇਆ, इम्तिहान होया, जो कुछ महापुरखा ने किया वो कर ना सकिया। ते एक प्रेमी कोल खलोता सी जिसका नाम सी काला सिंह, पाला सिंह। कहन लगा किते मेरी परीक्षा हो जाती ना, मैं तो फिर कदे भी पिछे नहीं सी हटना। उच्चारण करो श्री। किते मेरी परीक्षा हो जाती मैं नहीं सी हटना। रसोई विच सेवा कर रहा सी। महापुरख नाभ कवल जी महाराज बाहर सैर कर रहे सन। इस पाले सिंह ने की तकिया कि काला नाग उन्हां दे नाल नाल फिर रहा है। जिधर जाते हैं कदी इधर टहल के आते हैं तां मगर है, उधर जाते हैं तां मगर जा रहा है। ते पाला सिंह जदों आया, महाराज काला नाग है तुहाडे नाल नाल तुर रहा है। कहन लगे हाँ भाई है तो सही, पर जे तू कुछ चाहना है तो इस नाग नूं अपने गल नाल ला लै। उच्चारण करो श्री। महापुरखों के जीवन विच ये बचन लिखिया। ये बड़ी उच्ची आत्मा है। किसी थोड़ी जी गलती नाल इसनूं सप दा शरीर मिल गया है, कमाई वाला है।
ਇਹਨੂੰ ਗਲੇ ਲਾ ਲੈ। आख्या जी ये काम मेरे को नहीं होना, मैनू डर लगता है। एक वेरी दो वेरी तीसरी वेरी आख्या इसनू गल नाल ला लै भाई। जदों ना ला सकिया तो महापुरख कहन लगे तू फेल हो गया। उच्चारण करो श्री। क्योंकि भाई लहने नू कहा सी ना गुरु नानक साहब जी ने, आप मुर्दा पे ही खा लै। ते भाई लहना जी सत बचन करके कहन लगे जी किहड़े पासों शुरू करा। उच्चारण करो श्री वाहिगुरू। ते जां कपड़ा चुक्या तो पंचा अमृत कड़ा प्रसाद दा थाल पिया सी। महापुरखा ने तो अमृत वंडना होंदा है, अमृत देना होंदा है, पर जितनी महंगी वस्तु महापुरख देंदे हन ओडा वड्डा इम्तिहान भी देना पैंदा है। एवें नहीं मिलता, याद रखना। क्योंकि मेरे पातशाह का बचन है जीवन मुक्त सो आखिए मर जीवे मरिया। जे महापुरखा कोल जीवन मुक्त होना है। खाट चलो हर लाहा आगे बसन सुहेला, करो बिनती सुन मेरे मीता। प्यारी साध संगत जी आखिर रे हन करो बिनती सुन मेरे मीता, करो बिनती सुन मेरे मीता। संत टहल की बेला यहाँ खाट चलो हर लाहा आगे बसन सुहेला, करो बिनती सुन मेरे मीता। दिनस रहना रे मन गुर मिल काज संवारे, मन गुर मिल काज संवारे। औद घटे दिनस रहना रे मन गुर मिल काज संवारे, मन गुर मिल काज संवारे। औद घटे दिन ते रात दे 24,000 रोज दे कटते जा रहे हैं तेरे श्वास। ओ मेरे मन अमृत वेले जाग इशनान कर ते गुरु दा मिलाप गुरु दे चरना विच जुड़ के जप श्री वाहिगुरू। महापुरख क्या करते सन 24,000 खर्च बंदे दा आमदन मूल ना थीवे। जिस बंदे को इतना घाटा सो बंदा किम जीवे। जिदी दुकान विचों 24,000 रोज का घट रहा होवे कितना कुछ चिर दुकान चला लेगा। धन बाबा नंद सिंह जी महाराज क्या करते सन हर हिरदे विच निरंकार ने 24,000 का इस हट्टी विच इस हिरदे रूपी हट्टी विच खर्चा पाया। ते भाई विचारिया कर कितना को सफल किया ही कितना को गवाया ही। ये अज बैठ के असी सारिया ने विचार करनी है प्यारिओ कि महापुरख जदों जपन वालियां दी संगत विच आईए ना फिर कोई किनका जरूर लैके जाना चाहिए। ये दरगाही प्रसाद है। पदार्थ तो वरतने ही हैं
ਇੱਕ ਪ੍ਰਸਾਦ ਹੋਰ ਵੀ ਲੈ ਜਾਣਾ। ਇਹ ਦਰਗਾਹੀ ਪ੍ਰਸਾਦ ਹੈ ਕਿ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਜਪਣਾ ਸ੍ਰੀ। ਇਹ ਅਮੋਲਕ ਦਾਤ ਹੈ, ਇਹ ਅਮੋਲਕ ਪ੍ਰਸਾਦ ਹੈ ਜਿਹੜਾ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਤੇਰੇ ਨਾਲ ਹੋਵੇਗਾ। ਜਿਨ੍ਹਾਂ ਨੂੰ ਇਹ ਪ੍ਰਸਾਦ ਨਹੀਂ ਮਿਲਿਆ ਉਹ ਜੀਵਨ ਕਦੇ ਸਫਲ ਨਹੀਂ ਕਰ ਸਕੇ। ਮਹਾਂਪੁਰਖ ਕਿਹਾ ਕਰਦੇ ਸਨ ਕਿ ਜਿੱਥੇ ਕਿਰਤ ਕਮਾਈ ਦਾ ਦਸਵੰਧ ਅਸੀਂ ਗੁਰੂ ਦੇ ਲੇਖੇ ਦਿੰਦੇ ਹਾਂ, ਇੱਕ ਕਰਜ਼ਾ ਸਾਡੇ ਸਿਰ ਤੇ ਹੋਰ ਵੀ ਹੈ ਗੁਰੂ ਕਾ, ਉਹ ਹੈ ਸਵਾਸਾਂ ਦਾ 10ਵਾਂ ਹਿੱਸਾ। ਇਹ ਵੀ ਗੁਰੂ ਦੇ ਅਰਪਣ ਕਰਨਾ ਹੈ। ਸਵਾਸਾਂ ਦਾ 10ਵਾਂ ਹਿੱਸਾ 2.5 ਘੰਟੇ ਬਣਦਾ ਹੈ। ਚਲੋ ਜੇ 2.5 ਨਹੀਂ ਤਾਂ ਭਾਈ ਅੱਧ ਵਿੱਚ ਕਰ ਲਓ, ਉਸ ਤੋਂ ਵੀ ਅੱਧਾ ਕਰ ਲਓ। ਇੱਕ ਘੜੀ ਆਧੀ ਘੜੀ, ਕਿਉਂਕਿ ਜਪਣ ਵਾਲਿਆਂ ਦੀ ਸੰਗਤ ਵਿੱਚ ਜੋ ਆਏ ਹੋ ਕੁਝ ਤਾਂ ਲੈ ਕੇ ਜਾਓ ਨਾ। ਇੱਕ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਤੀ ਜੋ ਕੀਨੋ ਸੋ ਲਾਭ। ਜਪਣ ਵਾਲਿਆਂ ਦੀ ਸੰਗਤ ਆ ਵੇਖੋ, ਇਤਨਾ ਨਾਮ ਦਾ ਧਨ ਮਹਾਰਾਜ ਨਾਭ ਕਵਲ ਜੀ ਮਹਾਰਾਜ ਰਾਜਾ ਸਾਹਿਬ ਇਤਨਾ ਨਾਮ ਦਾ ਧਨ ਵੰਡ ਗਏ ਹਨ। ਕਿਤਨੇ ਕੁ ਉਹਨਾਂ ਨੇ ਗੁਰੂ ਦੇ ਚਰਨਾਂ ਨਾਲ ਜੋੜੇ ਨੇ। ਆਕਾਸ਼ ਮੰਡਲ ਦੇ ਤਾਰਿਆਂ ਦੀ ਤਾਂ ਕੋਈ ਗਿਣਤੀ ਕਰ ਲੇਗਾ, ਪਰ ਜਿਤਨੇ ਉਹਨਾਂ ਨੇ ਜੋੜਿਆ ਹਨ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਦੇਸ਼ਾਂ ਪ੍ਰਦੇਸ਼ਾਂ ਵਿੱਚ ਦਾਸ ਜਦੋਂ ਗਿਆ, ਮਹਾਂਪੁਰਖਾਂ ਦੇ ਵਰਸਾਏ ਹੋਏ ਬੈਠੇ ਹਨ। ਸਰਦਾਰ ਗੁਰਚਰਨ ਸਿੰਘ ਜੀ ਗਿੱਲ ਸਾਹਿਬ ਬੈਠੇ ਹਨ। ਚਰਨ ਸਿੰਘ ਜੀ ਗਿੱਲ ਮਹਾਰਾਜ ਦੀ ਕਿਰਪਾ 15-20 ਦਿਨ ਲਗਾਤਾਰ ਕੀਰਤਨ ਦੀ ਲੜੀ ਚੱਲਦੀ ਰਹੀ। ਉੱਥੋਂ ਦੇ ਵਾਈਸ ਪ੍ਰਧਾਨ ਵੀ ਹਨ। ਪਰ ਮੈਂ ਵੇਖਿਆ ਕਿਵੇਂ ਸਾਰੇ ਸੰਗਤ ਮਿਲ ਵਰਤਨ ਮਿਲ ਕੇ, ਉੱਥੇ ਕਿਸੇ ਚੌਧਰ ਲਈ ਕੋਈ ਝਗੜਾ ਨਹੀਂ ਹੁੰਦਾ। ਸਾਰਿਆਂ ਨੇ ਮਿਲ ਕੇ ਗੁਰੂ ਦੇ ਦਰ ਤੇ ਆਪਣੀ ਆਪਣੀ ਸੇਵਾ ਨਿਭਾਉਣੀ ਹੈ। ਅਸੀਂ ਵੀ ਇੱਥੇ ਇਸੇ ਤਰ੍ਹਾਂ ਮਿਲ ਕੇ ਸਾਰਿਆਂ ਨੇ ਗੁਰੂ ਦਰ ਤੇ ਉਹ ਕੰਮ ਕਰਨਾ ਜਿਹੜਾ ਮਹਾਂਪੁਰਖਾਂ ਦੀ ਸ਼ੋਭਾ ਵਾਲਾ ਹੋਵੇ। ਉਹ ਸੇਵਕ ਨਹੀਂ ਜਿਹੜਾ ਮਹਾਂਪੁਰਖਾਂ ਵੱਲ ਉਂਗਲੀ ਕਰਾ ਦੇਵੇ। ਉਹ ਕੰਮ ਕਰੀਏ ਜਿਹਦੇ ਨਾਲ ਮਹਾਂਪੁਰਖਾਂ ਦਾ ਦਿਨੋਂ ਦਿਨ ਸਤਿਕਾਰ ਔਰ ਪਿਆਰ ਲੋਕਾਂ ਦੇ ਅੰਦਰ ਵਧੇ। ਕਿਉਂਕਿ ਮਿਲਵੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੇ ਪਰੀਲਾ। ਤੋ ਗੁਰੂ ਦੀ ਕਿਰਪਾ ਹੈ, ਸਾਹਿਬ ਜੀ ਦੀ ਬਖਸ਼ਿਸ਼ ਹੈ। ਅੱਜ ਵੀ ਤੁਹਾਡੇ ਦਾਸ ਅਗਰ ਦਰਸ਼ਨ ਕਰ ਰਿਹਾ, ਤੁਹਾਡੇ ਚਰਨਾਂ ਦੀ ਧੂੜੀ ਲੈ ਰਿਹਾ, ਮਹਾਂਪੁਰਖਾਂ ਦੀ ਅਸੀਸ ਮਿਲ ਰਹੀ ਹੈ। ਇਹ ਸਤਿਕਾਰਯੋਗ ਸਰਦਾਰ ਚਰਨ ਸਿੰਘ ਜੀ ਗਿੱਲ ਸਾਹਿਬ ਦੇ ਪ੍ਰੇਰਨਾ ਹੈ। ਤੋ ਮੈਂ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦੀ ਹਾਂ ਮਹਾਂਪੁਰਖ ਰਾਜਾ ਸਾਹਿਬ ਜੀ ਦਾ, ਔਰ ਤੁਹਾਡਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਭਾਈ ਯਾਦ ਕੀਤਾ ਤੇ ਤਦੇ ਆਏ ਹਨ। ਐਵੇਂ ਤਾਂ ਕੋਈ ਨਹੀਂ ਆ ਸਕਦਾ। ਤੁਹਾਨੂੰ ਵੀ ਗੁਰੂ ਨੇ ਯਾਦ ਕੀਤਾ ਤੇ ਇੱਥੇ ਆਇਓ, ਐਵੇਂ ਨਹੀਂ ਆਏ। ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਤੁਹਾਨੂੰ ਗੁਰੂ ਨੇ ਸੱਦਿਆ ਤਾਂ ਲੋਕ ਪਰਲੋਕ ਦੇ ਸੁੱਖ ਦੇਣੇ ਹਨ, ਪਰ ਦਰਗਾਹੀ ਪ੍ਰਸਾਦ ਜ਼ਰੂਰ ਲੈ ਜਾਣਾ। ਗੁਰੂ ਦਸ਼ਮੇਸ਼ ਪਿਤਾ ਦਾ ਬਚਨ ਵੀ ਮੈਂ ਤੁਹਾਡੇ ਕੰਨਾਂ ਤੇ ਪਾ ਦੇਵਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੁਝ ਵੀ ਨਹੀਂ ਨਾ ਕਰ ਸਕਦਾ, ਉਹ ਜਾਣੇ ਇੱਕ ਜਪਜੀ ਸਾਹਿਬ ਦਾ ਪਾਠ ਹੀ ਕਰ ਲਵੇ ਨਾ। ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਨਹੀਂ ਕੱਟਦਾ। ਧਿਆਨ ਨਾਲ ਸਰਵਨ ਕਰਨਾ। ਮਹਾਰਾਜ ਰਹਿਤਨਾਮੇ ਦੇ ਵਿੱਚ ਲਿਖ ਗਏ ਹਨ ਜਿਹੜਾ ਕੁਝ ਨਹੀਂ ਕਰ ਸਕਦਾ, ਉਹ ਜਾਣੇ ਇੱਕ ਜਪਜੀ ਦਾ ਪਾਠ ਕਰ ਲਵੇ। ਮੈਂ ਆਪਣੇ ਰਜਿਸਟਰ ਵਿੱਚੋਂ ਨਾਮ ਨਹੀਂ ਕੱਟਦਾ, ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦਾ ਮੂੰਹ ਝੂਠਾ ਕਰ ਲੈਂਦਾ। ਆਖਿਆ ਨਾ ਮੈਂ ਉਸ ਦਾ ਕੁਝ ਲੱਗਣਾ, ਨਾ ਉਹ ਮੇਰਾ ਕੁਝ ਲੱਗਦਾ ਹੈ। ਜਪ ਬਿਨਾ ਜੀਵੈ ਪ੍ਰਸਾਦ, ਮਹਾਰਾਜ ਦਾ ਬਚਨ ਹੈ। ਜਪ ਬਿਨਾ ਜੀਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦ ਜੁਗਾਦ। ਤੋ ਇਸ ਲਈ ਪਿਆਰਿਓ ਆਏ ਹੋ, ਝੋਲੀਆਂ ਭਰ ਕੇ ਜਾਣਾ। ਜਿਹੜੇ ਨਿਤਨੇਮੀ ਹੋ, ਅੰਮ੍ਰਿਤ ਵੇਲੇ ਜਾਗਣ ਵਾਲੇ ਹੋ, ਤੁਹਾਡੇ ਚਰਨਾਂ ਤੇ ਨਮਸਕਾਰ ਹੈ।
ਜਿਹੜੇ ਕੁਝ ਵੀ ਨਹੀਂ ਕਰਦੇ। ਮਹਾਂਪੁਰਖਾਂ ਦਾ ਨਜ਼ਰਾਨਾ ਕੋਈ ਇਹ ਮਾਇਆ ਦਾ ਢੇਰ ਨਹੀਂ ਜੇ। ਮਹਾਂਪੁਰਖਾਂ ਦੇ ਦਰ ਤੇ ਆਏ ਹੋ, ਕੋਈ ਨਾਮ ਦਾ ਕਿਨਕਾ ਲੈ ਕੇ ਜਾਓ। ਮਹਾਰਾਜ ਅਸੀਂ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਾਂਗੇ। ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਪਾਸ, ਕਲੇਰਾਂ ਵਾਲਿਆਂ ਪਾਸ ਬੜੇ ਬੜੇ ਅਮੀਰ ਰਾਜੇ ਮਹਾਰਾਜੇ ਆਉਂਦੇ ਸਨ। ਮਹਾਰਾਜ ਕੋਈ ਸੇਵਾ ਦੱਸੋ, ਜ਼ਰੂਰ ਕੋਈ ਸੇਵਾ ਦੱਸੋ। ਤੇ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਫਿਰ ਸੇਵਾ ਕਰੇਂਗਾ? ਕਹਿੰਦਾ ਜੀ ਕਰਾਂਗਾ। ਤੇ ਮਹਾਰਾਜ ਕਹਿਣ ਲੱਗੇ, ਫਿਰ ਸੰਤ ਕੀ ਸੇਵਾ ਨਾਮ ਧਿਆਈ ਹੈ। ਜੇ ਅੱਜ ਮਹਾਰਾਜ ਨਾਭ ਕਵਲ ਜੀ ਰਾਜਾ ਸਾਹਿਬ ਦਾ ਭਾਈ ਕੋਈ ਬਚਨ ਮੰਨਣਾ ਜੇ ਨਾ, ਸੇਵਾ ਕਰਨੀ ਜੇ ਕਰ ਲੋ। ਮਹਾਰਾਜ ਕਹਿੰਦੇ ਨੇ ਸੰਤ ਕੀ ਸੇਵਾ ਨਾਮ ਧਿਆਈ ਹੈ, ਪਦਾਰਥਾਂ ਨਾਲ ਨਹੀਂ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋਗੇ, ਮਹਾਂਪੁਰਖ ਇਸ ਲੋਕ ਦੇ ਵੀ ਪਰਲੋਕ ਦੇ ਵੀ ਸੁਖ ਬਖਸ਼ਣਗੇ। ਉਚਾਰਨ ਕਰੋ ਸ੍ਰੀ। ਅੱਜ ਮੈਂ ਚੇਤੇ ਕਰ ਰਿਹਾ ਸਾਂ ਕਿ ਵਕੀਲ ਸਾਹਿਬ ਆਏ, ਬੜੇ ਬਲਿਸਤਰ ਸਰਕਾਰੀ ਵਕੀਲ ਸੀ। ਬਾਬਾ ਜੀ ਦੇ ਪਾਸ ਆਇਆ, ਬੜੇ ਬਚਨ ਹੋਏ, ਵਿਲਾਸ ਹੋਏ। ਤੇ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਗੁਰਮੁਖਾ ਭਈ ਤੂੰ ਠੀਕ ਹੈ, ਤੂੰ ਵਕਾਲਤ ਪੜ੍ਹੀ ਹੈ। ਉਹਨੇ ਦੱਸਿਆ, ਮੈਂ ਕਈਆਂ ਨੂੰ ਫਾਹੇ ਲਗਵਾਇਆ, ਕਈਆਂ ਨੂੰ ਸਜਾਏ, ਸਾਰੀ ਜ਼ਿੰਦਗੀ ਸਜਾ ਦਿੱਤੀ, ਕਈਆਂ ਨੂੰ ਕੁਝ ਕੀਤਾ, ਕਈਆਂ ਨੂੰ ਛਡਾਇਆ, ਜੋ ਕਹਿਣ ਲੱਗਾ। ਤੇ ਬਾਬਾ ਜੀ ਕਹਿਣ ਲੱਗੇ, ਕੋਈ ਆਪਣੇ ਲਈ ਵੀ ਵਕੀਲ ਬਣਾਇਆ ਹੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਦੁਨਿਆਵੀ ਤਾਂ ਤੂੰ ਵਕੀਲ ਹੈ, ਕਈਆਂ ਨੂੰ ਛਡਾਇਆ, ਬਣਾਇਆ, ਕਰਮਾਂ ਅਨੁਸਾਰ ਫਾਂਸੀ ਚਾੜਿਆ, ਪਰ ਤੂੰ ਕੋਈ ਆਪਣੇ ਲਈ ਵੀ ਵਕੀਲ ਕੀਤਾ ਹੈ। ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ ਮਹਾਰਾਜ। ਕਹਿਣ ਲੱਗੇ, ਗੁਰਮੁਖਾ ਉੱਥੇ ਵੀ ਵਕੀਲ ਦੀ ਲੋੜ ਪੈਣੀ ਹੈ। ਜਦੋਂ ਉਹਨਾਂ ਨੇ ਪੁੱਛਣਾ, ਕਿਆ ਤੈਂ ਖਟਿਆ, ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ। ਉਥੋਂ ਦਾ ਵਕੀਲ ਕੌਣ ਹੋਵੇਗਾ? ਸਿਰ ਝੁਕ ਗਿਆ, ਮਹਾਰਾਜ ਕਿਰਪਾ ਕਰੋ, ਇਹ ਕਿਹੜਾ ਵਕੀਲ ਹੈ ਜਿਹੜਾ ਮੈਨੂੰ ਉੱਥੇ ਛਡਾਵੇਗਾ? ਬਾਬਾ ਜੀ ਕਹਿਣ ਲੱਗੇ, 2.5